Hello, good morning everyone. I Rajwinder Kaur Sekhon welcome you all on the platform of Abohar Academy. So ਅੱਜ ਮੈਂ ਤੁਹਾਡੇ ਨਾਲ ਮਾਸਟਰ ਕੈਡਰ ਇੰਗਲਿਸ਼ ਦੇ ਇੱਕ ਬਹੁਤ ਹੀ ਪ੍ਰੋਮੀਨੈਂਟ ਰਾਈਟਰ that is DH Lawrence ਲੈ ਕੇ ਆਈ ਹਾਂ। So before starting with DH Lawrence ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ DH Lawrence ਦੀ ਜਿਹੜੀ ਕਿਹੜੀ ਏਜ ਨੂੰ ਬਿਲੋਂਗ ਕਰਦੇ ਸੀ, ਕਿਹੜੀ ਸੈਂਚੁਰੀ ਨੂੰ ਬਿਲੋਂਗ ਕਰਦੇ ਸੀ। DH Lawrence belongs to the modern age of our English literature and he belongs to the 20th century of the English literature. Chalo, DH Lawrence बारे आप let's have a look on this. DH Lawrence, the full name see David Herbert Lawrence. DH Lawrence was born on 11th September 1885. ਕਿਹੜੀ ਜਗ੍ਹਾ ਦੇ ਵਿੱਚ ਇਹਨਾਂ ਦਾ ਬਰਥ ਹੁੰਦਾ ਹੈ? He was born in Nottinghamshire, which is located in England. ठीक है? And he died on 2nd March 1930 ਦੇ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ due to which disease? Tuberculosis. ਜਿਹੜੇ ਰਾਈਟਰਸ ਦੀ ਵੀ ਮਾਸਟਰ ਕੈਡਰ ਇੰਗਲਿਸ਼ ਦੇ ਵਿੱਚ ਆਪਾਂ ਰੀਡ ਆਊਟ ਕਰਾਂਗੇ, ਜਿਹੜੇ ਰਾਈਟਰ ਦੀ ਡੈਥ ਹੁੰਦੀ ਹੈ due to which reasons ਹੁੰਦੀ ਹੈ, ਉਹ ਵੀ ਆਪਾਂ ਨੂੰ ਕੀ ਪਤਾ ਹੋਣੇ ਚਾਹੀਦੇ ਹੈ। ਫॉर एग्जांपल ਜਿਵੇਂ ਪੀਵੀ ਸ਼ੈਲੇ ਸੀ, ਠੀਕ ਹੈ, ਪੀਵੀ ਸ਼ੈਲੇ ਦੀ ਡੈਥ ਕਿਵੇਂ ਹੁੰਦੀ ਹੈ? due to drowning, ਠੀਕ ਹੈ। ਸੇਮ ਲਾਈਕ दैट ਜਿਹੜੇ ਆਪਣੇ ਡੀਐਚ ਲਾਰੈਂਸ ਹੈ, ਇਹਨਾਂ ਦੀ ਡੈਥ ਹੁੰਦੀ ਹੈ due to tuberculosis, ਠੀਕ ਹੈ। ਹੁਣ ਇਹਨਾਂ ਦੇ ਵਰਕਸ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਕੀ ਹੈ, ਇਹਨਾਂ ਦੀ ਬਾਇਓਗ੍ਰਾਫੀ ਪਤਾ ਹੋਣੀ ਚਾਹੀਦੀ ਹੈ। ਇਹਨਾਂ ਨੇ ਕਿੰਨੇ ਪਲੇਜ਼ ਲਿਖੇ ਸੀ, ਸ਼ਾਰਟ ਸਟੋਰੀਜ਼ ਲਿਖੀ ਸੀ, ਇਹਨਾਂ ਦਾ ਕੀ ਕੰਟਰੀਬਿਊਸ਼ਨ ਸੀਗਾ ਆਪਣੇ ਲਿਟਰੇਚਰ ਦੇ ਵਿੱਚ। ਸੋ ਹਿਸ ਲਾਈਫ, he was an English novelist, poet, playwright, essayist, literary critic and painter, and as well as he was a travel writer also. Painter ਆਪਾਂ ਕਹਿ ਸਕਦੇ ਹਾਂ, he was not a professional painter, ਠੀਕ ਹੈ, professional painter ਨਹੀਂ ਸੀ, ਉਹਨਾਂ ਨੇ ਪੇਂਟਿੰਗ ਆਪਦੀ ਐਜ਼ ਅ ਹੌਬੀ ਲਈ ਸੀਗੀ, ਠੀਕ ਹੈ। ਇਹਨਾਂ ਦਾ ਜਿਹੜਾ ਬਚਪਨ ਸੀ, ਡੀਐਚ ਲਾਰੈਂਸ ਦਾ ਜਿਹੜਾ ਚਾਈਲਡਹੁੱਡ ਸੀਗਾ, that was not very smooth, ਕੋਈ ਸਮੂਥ ਚਾਈਲਡਹੁੱਡ ਨਹੀਂ ਸੀ। the reason behind that was that ਕਿ ਜਿਹੜੇ ਡੀਐਚ ਲਾਰੈਂਸ ਦੇ ਫਾਦਰ ਸੀਗੇ ਆਰਥਰ ਲਾਰੈਂਸ, ਠੀਕ ਹੈ, ਉਹ ਕੀ ਸੀ? ਉਹ ਇੱਕ ਕੋਲ ਮਾਈਨਰ ਸੀਗੇ। ਜਿਹੜੀ ਉਹਨਾਂ ਦੀ ਮਦਰ ਸੀਗੇ ਉਹ ਕੀ ਹੈ? ਇੱਕ ਬਹੁਤ ਹੀ ਐਜੂਕੇਟਿਡ ਲੇਡੀ ਸੀ। ਫਾਦਰ ਸੀ ਜਿਹੜੇ ਅਨਐਜੂਕੇਟਿਡ ਸੀਗੇ, ਕੋਲ ਮਾਈਨਰ ਦਾ ਕੰਮ ਕਰਦੇ ਸੀ। ਮਦਰ ਸੀ ਬਹੁਤ ਹੀ ਜ਼ਿਆਦਾ ਕੀ ਸੀ? ਐਜੂਕੇਟਿਡ ਸੀਗੇ। ਇਸ ਕਰਕੇ ਕੀ ਸੀ, ਹੁਣ ਇਹਨਾਂ ਦੇ ਵਿੱਚ ਕੰਟਰੋਵਰਸੀ ਬਹੁਤ ਰਹੀ ਸੀ ਬਿਕਾਜ਼ ਹਿਸ ਫਾਦਰ ਵਾਸ ਐਜੂਕੇਟਿਡ ਐਂਡ ਹਿਸ ਮਦਰ ਵਾਸ ਨਾਟ ਐਜੂਕੇਟਿਡ। ਬੈਲੈਂਸ ਨਹੀਂ ਬਣ ਸਕਿਆ, ਜਿਸ ਕਰਕੇ ਜਿਹਦਾ ਇਫੈਕਟ ਕੀ ਹੈ ਡੀਐਚ ਲਾਰੈਂਸ ਦੀ ਲਾਈਫ ਦੇ ਵਿੱਚ ਕੀ ਹੈ, ਬਹੁਤ ਜ਼ਿਆਦਾ ਪਿਆ ਸੀਗਾ, ਠੀਕ ਹੈ। ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇਹਨਾਂ ਨੂੰ ਟਰੈਵਲ ਰਾਈਟਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਿਉਂ? ਕਿਉਂਕਿ ਬਿਕਾਜ਼ ਥਰੂ ਆਊਟ ਹਿਸ ਲਾਈਫ he has traveled into the different parts of the countries. ਬਹੁਤ ਟਰੈਵਲ ਕੀਤਾ ਸੀਗਾ ਇਹਨਾਂ ਨੇ ਇੱਕ ਟਰੈਵਲੌਗ ਵੀ ਲਿਖਿਆ ਸੀਗਾ, ਜਿਹਦੇ ਬਾਰੇ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। So Lawrence was born into a poorly educated working class family, ਠੀਕ ਹੈ। ਇਹਨਾਂ ਨੇ ਕੀ ਹੈ, ਇੱਕ ਕਲਰਕ ਦੇ ਤੌਰ ਤੇ ਵੀ ਕੰਮ ਕੀਤਾ ਸੀਗਾ, ਬਟ ਡਿਊ ਟੂ ਦਾ ਅਟੈਕ ਆਫ ਨਿਮੋਨੀਆ ਇਹਨਾਂ ਨੇ ਆਪਦੀ ਕਲਰਕ ਦੀ ਜੌਬ ਨੂੰ ਵੀ ਰਿਜ਼ਾਈਨ ਕਰਤਾ ਸੀ। ਫਿਰ ਇਹਨਾਂ ਦੀ ਲਾਈਫ ਦੇ ਵਿੱਚ 1910 ਦੇ ਵਿੱਚ ਇੱਕ ਲੜਕੀ ਆਉਂਦੀ ਹੈ ਜਿਹਦਾ ਨਾਮ ਹੈ ਜੈਸੀ ਚੈਂਬਰਸ। ਜੈਸੀ ਚੈਂਬਰਸ ਦਾ ਰੈਫਰੈਂਸ ਆਪਾਂ ਨੂੰ ਡੀਐਚ ਲਾਰੈਂਸ ਦਾ ਇੱਕ ਵਰਕ ਹੈ, ਅੱਗੇ ਆਪਾਂ ਡਿਸਕਸ ਕਰਾਂਗੇ, ਜਿਹੜਾ ਮੇਜਰ ਵਰਕ ਹੈ ਸਨਸ ਐਂਡ ਲਵਰਸ, ਉਹਦੇ ਵਿੱਚ ਵੀ ਉਹਦਾ ਰੈਫਰੈਂਸ ਵੇਖਣ ਨੂੰ ਮਿਲੂਗਾ ਬਿਕਾਜ਼ ਇਹ ਵਾਲੀ ਜੈਸੀ ਚੈਂਬਰ ਨੇ ਉਸੇ ਵਰਕ ਦੇ ਵਿੱਚ ਇੱਕ ਮਰੀਅਮ ਕੈਰੈਕਟਰ ਹੈ, ਉਹਦਾ ਵੀ ਰੋਲ ਪਲੇ ਕੀਤਾ ਹੈ, ਠੀਕ ਹੈ। 1910 ਦੇ ਵਿੱਚ ਜਿਹੜੇ ਜੈਸੀ ਚੈਂਬਰਸ ਹੈ ਇਹਨਾਂ ਦੀ ਲਾਈਫ ਦੇ ਵਿੱਚ ਆਉਂਦੇ ਹੈ, ਇਹਨਾਂ ਦੇ ਇੱਕ ਵਧੀਆ ਫਰੈਂਡ ਬਣਦੇ ਹੈ। ਜਿੰਨੀ ਵੀ ਪੋਇਟਰੀ, ਜਿੰਨੀਆਂ ਵੀ ਪੋਇਮਸ ਡੀਐਚ ਲਾਰੈਂਸ ਨੇ ਆਪਦੀ ਲਾਈਫ ਦੇ ਵਿੱਚ ਲਿਖੀਆਂ ਸੀਗੀਆਂ, ਸੋ ਜੈਸੀ ਚੈਂਬਰ ਨੇ ਕੀ ਕੀਤਾ ਸੀ, ਉਹਨਾਂ ਸਾਰੀਆਂ ਪੋਇਮਸ ਨੂੰ ਕਲੈਕਟ ਕਰਕੇ ਦ ਇੰਗਲਿਸ਼ ਰਿਵਿਊ, ਇੱਕ ਐਡੀਟਰ ਦੇ ਇੰਗਲਿਸ਼ ਰਿਵਿਊ ਦੇ ਐਡੀਟਰ ਕੋਲ ਲੈ ਕੇ ਜਾਂਦੇ ਹੈ ਤੇ ਉੱਥੇ ਉਹਨਾਂ ਨੂੰ ਕੀ ਪ੍ਰਿੰਟ ਆਊਟ ਕਰਵਾ ਦਿੰਦੇ, ਠੀਕ ਹੈ। ਉਹਦਾ ਪ੍ਰਿੰਟ ਆਊਟ ਜਦੋਂ ਕਰਵਾਉਂਦੇ ਆ, ਉਹਨਾਂ ਨੂੰ ਪਬਲਿਸ਼ ਕਰਵਾਉਂਦੇ ਹੈ। ਕਿਹੜੇ ਨੇਮ ਦੇ ਅੰਡਰ ਪਬਲਿਸ਼ ਕਰਵਾਉਂਦੇ ਆ? ਉਹ ਹੈਗਾ ਸਟਿਲ ਆਫਟਰਨੂਨ। ਇਹ ਤੁਸੀਂ ਨੋਟ ਡਾਊਨ ਕਰ ਲਓ ਕਿ ਜਿਹੜੇ ਟਾਈਟਲ ਦੇ ਅੰਡਰ ਉਹ ਸਾਰੀਆਂ ਪੋਇਮਸ ਨੂੰ ਡੀਐਚ ਲਾਰੈਂਸ ਦੀਆਂ ਨੂੰ ਪਬਲਿਸ਼ ਕਰਾਉਂਦੇ ਆ, ਉਹਦਾ ਨਾਮ ਹੈ ਜੀ ਸਟਿਲ ਆਫਟਰਨੂਨ। ਆਫਟਰ ਦੈਟ ਕੀ ਹੁੰਦਾ ਹੈ, 1911 ਦੇ ਵਿੱਚ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਹੋਰ ਕੈਰੈਕਟਰ ਆਉਂਦੀ ਹੈ, ਉਹਦਾ ਨਾਮ ਹੈਗਾ ਫਰੈਡੀ, ਠੀਕ ਹੈ। ਉਹਦੇ ਬਾਰੇ ਆਪਾਂ ਅੱਗੇ ਪੜ੍ਹਦੇ ਹਾਂ। So Lawrence became a teacher and began writing poetry and as well as the short stories. In 1912, Lawrence met and ran off with the Frida von Richthofen weekly. 1912 ਦੇ ਵਿੱਚ ਜਿਹੜੇ ਲਾਰੈਂਸ ਸੀਗੇ ਉਹ ਕਿਹਨੂੰ ਮਿਲਦੇ ਆ? ਉਹ ਫਰੀਡਾ ਨਾਮ ਦੇ ਕੈਰੈਕਟਰ ਨੂੰ ਮਿਲਦੇ ਆ। ਫਰੀਡਾ ਵਾਸ ਆਲਰੇਡੀ ਮੈਰਿਡ and has 3 children, already married ਸੀ, 3 ਬੱਚੇ ਸੀ,
बट जो फ्रीडा लॉरेंस के कनैक्ट दे विच आ जाते हैं, फ्रीडा आपदे 3 बच्चों नूं छड्ड के एंड एज वेल एज आपदे हसबैंड नूं छड्ड के लॉरेंस दे नाल की है अलॉप हो जाते हैं, लॉरेंस दे नाल भज जाते हैं। ठीक है, यू कैन हैव अ लुक ऑन दिस। In 1912, Lawrence met and ran off with the Frida, the German wife of a Nottingham professor. Frida had 3 children, yet left them and her husband to elope with the Lawrence. ठीक है बच्चे, बहुत इंपॉर्टेंट फ्रेज है रिलीजन बाय ब्लड। तो दिस फ्रेज वाज गिवन बाय डी.एच. लॉरेंस। फॉर एग्जांपल, अगर आपको पेपर दे विच क्वेश्चन आता है कि द फ्रेज रिलीजन बाय ब्लड इज गिवन बाय विच राइटर्स, थले 4 ऑप्शंस होन डी.एच. लॉरेंस, सेमस हिने, टैड ह्यूज, जोसेफ कॉनरेड, यू हैव टू गो विद डी.एच. लॉरेंस। ध्यान रखियो निक्के निक्के टर्म्स होणगे, आपां नूं पता होना चाहिए कि किहड़े राइटर ने किहड़ी टर्म दित्ती सीगी रिलीजन बाय ब्लड। वर्ल्ड वॉर 1 तो पहला डी.एच. लॉरेंस के ऊपर रिलीजन का की बहुत ज़्यादा इंपैक्ट सीगा, बट आफ्टर वर्ल्ड वॉर 1 डी.एच. लॉरेंस नूं लगन लग गया कि जिहड़ी क्रिश्चियनिटी है इज नो लॉन्गर अ लिविंग रिलीजन। ठीक है, इन्हां नूं ये हुंदा सीगा कि जिहड़ा रिलीजन है, जिहड़ा धर्म है, वो इहो जिहा होना चाहिए जिहड़ा कि लोकां नूं हार्म ना करे, हालांकि पॉजिटिविटी वाल लैके जावे। ठीक है, सो ही गेव द फ्रेज रिलीजन बाय ब्लड। तो किहड़े राइटर दा, जिवें आपां फॉर एग्जांपल डी.एच. लॉरेंस कर रहे हैं, ठीक है, डी.एच. लॉरेंस दा फर्स्ट वर्क किहड़ा सी, लास्ट वर्क किहड़ा सी, अनफिनिश्ड किहड़ा सी, ऑटोबायोग्राफिकल किहड़ा है, पॉलिटिकल किहड़ा है, सोशल किहड़ा है। कल्ले डी.एच. लॉरेंस दा नहीं, जिहड़े होर भी बहुत सारे राइटर्स है, ठीक है, उन्हां दे फर्स्ट किहड़े है, लास्ट किहड़े है, तुसीं अलग तो एक लिस्ट प्रिपेयर कर लो। ठीक है, उन्हां दे ऑटोबायोग्राफिकल किहड़े है, इन्हां दे विचों आपां नूं मास्टर कैडर एग्जाम दे विच 100% क्वेश्चन देखने मिलूगा। ठीक है, देखो जिवें मैं डी.एच. लॉरेंस दा फर्स्ट नॉवल केड़ा सी, द वाइट पीकॉक। ठीक है, लास्ट नॉवल केड़ा सी, लेडी चैटरलीज लवर। ये नॉवल सी डी.एच. लॉरेंस दा जेड़ा जिन्हों किया बैन कर दिता गया सीगा। क्यों बैन किया सी, आई डिस्कस इट लेटर। पिकार्ड्स नॉवल केड़ा सी, आर्डन्स रॉड। पॉलिटिकल नॉवल केड़ा सी, द प्लूम्ड सर्पेंट। अनफिनिश्ड वर्क केड़ा सी डी.एच. लॉरेंस दा, मिस्टर नून। फर्स्ट प्ले केड़ा सी, द डॉटर इन लॉ। ऑटोबायोग्राफिकल केड़ा सी, सन्स एंड लवर्स। मोस्ट इंपॉर्टेंट है सन्स एंड लवर्स। ठीक है, आई विल रिपीट इट वंस। फर्स्ट नॉवल केड़ा है, द वाइट पीकॉक। लास्ट नॉवल केड़ा है, लेडी चैटरलीज लवर। पिकार्ड्स नॉवल केड़ा है, आर्डन्स रॉड। पॉलिटिकल नॉवल केड़ा है, द प्लूम्ड सर्पेंट। अनफिनिश्ड केड़ा है, मिस्टर नून। फर्स्ट प्ले केड़ा सी, द डॉटर इन लॉ। ऑटोबायोग्राफिकल केड़ा है, सन्स एंड लवर्स। ठीक है, एज आई हैव टोल्ड यू कि जिवें लेडी चैटरलीज लवर्स जेड़ा नॉवल सी दैट वाज बैंड, कल्ला लेडी चैटरलीज लवर नहीं, देयर वर 3 नॉवल्स दैट वर बैंड। केड़े केड़े नॉवल सी, द रेनबो, फर्स्ट इज द रेनबो, सेकंड वन इज वुमेन इन लव एंड द थर्ड वन इज लेडी चैटरलीज लवर। क्यों बैन किए गए सीगे, क्योंकि जेड़े इहदे विच उन्होंने सीन्स दिखाए सीगे, ठीक है, दैट वाज नॉट प्रॉपर अकॉर्डिंग टू अवर सोसाइटी। इहदे विच उन्होंने बहुत ही जिहड़ी लैंग्वेज यूज की सी, एक्सप्लिसिट लैंग्वेज यूज की सी, वो लैंग्वेज यूज की सी जिहड़ी अपनी आम सोसाइटी दे विच नहीं यूज की जाती। जिहड़े सीन्स दिखाए सीगे वो भी कॉमन कोई नॉर्मल सीन्स नहीं दिखाए सी, इस करके इन्हां तिन्नां नॉवल्स नूं की है बैन कर दिता गया सी। क्वेश्चन आया हुआ है प्रीवियस ईयर पेपर दे विच, किहड़े नॉवल है जिहड़ा डी.एच. लॉरेंस का बैन हो गया सी। ठीक है, ध्यान दे विच रखियो, रेनबो, रेनबो दा सीक्वल ही है ये वुमेन इन लव। ठीक है, एंड द अदर वन इज द लेडी चैटरलीज लवर। ठीक है, हुण ये इन्हां दे नॉवल्स दी लिस्ट है। वर्क आइडेंटिफिकेशन का क्वेश्चन 101% है, एग्जाम दे विच आउंदा ही आउंदा। ठीक है, वर्क्स की लिस्ट जिदा डी.एच. लॉरेंस लिख के उन्होंने केड़े वर्क्स है उसकी प्रॉपर लिस्ट की है रेडी कर लो। नॉवल्स केड़े है, द वाइट पीकॉक 1911, ट्रेसपासर्स 1912, सन्स एंड लवर्स 1913। इनू की कहा जाता है, ऑटोबायोग्राफिकल नॉवल भी कहा जाता है। ठीक है, रेनबो 1915, रेनबो द सीक्वल ही है विमेन इन लव विच गॉट पब्लिश्ड इन 1920, द लॉस्ट गर्ल 1920। ऐसे वर्क दे लई ना जेड़ा लॉस्ट गर्ल सीगा इन्हां नूं एक अवार्ड मिलिया सीगा।
ਕਿਹੜਾ ਅਵਾਰਡ ਮਿਲਿਆ ਸੀ? ਜੇਮਸ ਸਟੇਟ ਬਲੈਕ ਮੈਮੋਰੀਅਲ ਪ੍ਰਾਈਜ਼ ਇਨ ਫਿਕਸ਼ਨ। मैं तुहानू दस्सिया ना कि जेडे जेडे राइटर्स नू जेडे जेडे अवार्ड्स मिलते हैं अपने लिए इंपॉर्टेंट है, ठीक है। किहड़े वर्क दे लई DH लॉरेंस नू अवार्ड मिलिया सी? द लॉस्ट गर्ल दे लई। किहड़ा अवार्ड मिलिया सी? जेम्स स्टेट ब्लैक मैमोरियल प्राइज इन फिक्शन। नेक्स्ट नॉवल इन्हां दा जी एरन्स रॉड विच गॉट पब्लिश्ड इन 1923 एंड एस नॉवल की जी सैटिंग है एरन्स रॉड की यह है इटली की। देखो कुछ नॉवल्स कुछ मेजर वर्कस इदा के होंगे है जिन्हें आपको सिर्फ की है मेन कैरेक्टर्स पता होने चाहिए है, उन्होंने सिर्फ सैटिंग पता होनी चाहिए है, सानू उन्होंने डीप जाने की कोई जरूरत नहीं है, ठीक है। जिवें एरन्स रॉड है पब्लिश इन 1923, सैटिंग कितों की सी? इटली की सैटिंग सी। कंगारू 1923, सैटिंग कितों की है? ऑस्ट्रेलिया की, ठीक है। The Boy in the Bush published in 1924, The Plumed Serpent 1926, Plumed Serpent की setting है जी मैक्सिको दी, ठीक है। Lady Chatterley's Lover 1928, as I have told you earlier that this novel was banned. The Escaped Cock 1929, which got republished as The Man Who Died. नॉवल की पब्लिकेशन सी 1929 की, बट जो इन्हू दोबारा तो रीपब्लिश किया गया तो इसका नाम चेंज करके की रख दिता गया? द मैन हू डाइड, ठीक है। कुछ इन्हां दी शॉर्ट स्टोरीज कलैक्शंस भी है। द प्रूशियन ऑफिसर्स एंड अदर स्टोरीज 1914, इंग्लैंड माई इंग्लैंड एंड अदर स्टोरीज 1922, द वुमेन हू रॉड अवे एंड अदर स्टोरीज विच गॉट पब्लिश्ड इन 1928, The Rocking Horse Winner 1926, The Virgin and the Gypsy and Other Stories 1930, ठीक है। ये मैं तुहाडे नाल की डिस्कस किया है कि उन्होंने मेजर नॉवल्स किहड़े-किहड़े सीगे एंड एज वेल एज उन्हां दी शॉर्ट स्टोरीज कलैक्शंस किहड़ियां-किहड़ियां सीगियां, ठीक है। तो आप हम कुछ वर्क्स दी समरीज जिहड़े उन्हां दे मेजर वर्क्स उन्हां दी समरीज डिस्कस कर लेने हैं। तो फर्स्ट वन इज द वाइट पीकॉक। वाइट पीकॉक जिवें कि मैं तुहाडे नाल पहला भी डिस्कस किया है कि द वाइट पीकॉक गॉट पब्लिश्ड इन विच ईयर? दिस नॉवल गॉट पब्लिश्ड इन 1911। फर्स्ट नॉवल मन्निया जाता है DH लॉरेंस का। इस नॉवल की सैटिंग कितों की सी? इस नॉवल की सैटिंग सीगी नीदरमेयर की। दिस वॉज अ फिक्शनल नेम, फिक्शनल नेम है, DH लॉरेंस द्वारा मन्निया गया नेम है नीदरमेयर, ठीक है। नरेटेड बाय फर्स्ट पर्सन सिरल बियर्डसेल। कैरेक्टर्स किहड़े-किहड़े है इस वर्क दे विच? सिरल, लेटिटा, जॉर्ज लेस्ली टेंपल एंड मैग, ठीक है। आ जो नॉवल है ना द वाइट पीकॉक, ये जी मेजर थीम है, थीम की है मिस मैच मैरिजेस। मिस मैच मैरिजेस किवें है? तुसी DH लॉरेंस के अगों जो सारे नॉवल्स रीड आउट करोगे तो खुद इस चीज़ को पॉइंट आउट करोगे कि जेडे उन्होंने नॉवल्स है जिन्हें उन्होंने नॉवल्स लिखे है सारिया दी थीम्स मेजर की है मिस मैच मैरिजेस है। क्योंकि तुसी कंपेयर करो कि जी DH लॉरेंस की खुद की परसनल लाइफ सी ना, वो जिमें पेरेंट्स की लाइफ सी वो भी की सी मिस मैच मैरिजेस सी, क्योंकि फादर वॉज अनएजुकेटेड, मदर वॉज हाईली एजुकेटेड, मिस मैच सीगा। उस तरह तुहानू यही थीम्स उन्होंने की वर्क्स के विच देखने, ठीक है। यदि आप स्टोरी देखते हैं, मेजर कैरेक्टर्स है सिरल, लेटिटा, जॉर्ज लेस्ले टेंपल एंड मैग। दिस इज द स्टोरी। देखो ईजिली समझ आ जाऊगी तुहानू। सिरल बियर्डसेल एक मेजर कैरेक्टर है, ठीक है। वो कौन है? फर्स्ट पर्सन नरेटर है। सिरल बियर्डसेल की सिस्टर है लेटिटा, ठीक है। लेटिटा इन्वॉल्व है दो परसनस दे नाल इन रिलेशनशिप। लेटिटा की मैरिज तो होंदी है लेस्ले टेंपल दे नाल, बट शी इज अट्रैक्टेड टूवर्ड जॉर्ज। गॉट इट? इतने तक समझ आ गया। सिरल बियर्डसेल है, सिरल बियर्डसेल दी सिस्टर है लेटिटा। लेटिटा इज इन्वॉल्वड विद टू पर्सन्स, फर्स्ट इज जॉर्ज एंड सेकेंड इज लेस्ले टेंपल। शी गॉट मैरिड टू लेस्ले टेंपल बट शी इज अट्रैक्टेड टूवर्ड जॉर्ज, ठीक है। जॉर्ज की है लेटिटा नू प्रपोज करते हैं मैरिज के लिए, बट लेटिटा की है मैरिज लिए मना कर देंदी है। फाइनली जॉर्ज नू फील होंदा है कि लेटिटा तो मैरिज के लिए मनी नहीं, so he got married to conventional Meg। जॉर्ज की मैरिज किहदे नाल हो जाती है? मैग दे नाल हो जाती है। तुसीं द वाइट पीकॉक की एनिक स्टोरी याद रख लो, दैट इज सफिशिएंट फॉर यू।
ठीक है। मेजर कैरेक्टर्स आ गए, तुहानू मेन समरी स्टोरी की समझ आ गई। गॉट इट? कोई प्रॉब्लम ये? So the next story is Trespassers. Trespassers got published in 1912. Trespasser ਦਾ original title ਕੀ ਸੀ? Saga of Sigmund. ਇਹ important ਹੈ ਕਿ original title ਕੀ ਸੀ। एग्जाम ਦੇ ਵਿੱਚ ਪੁੱਛ ਲਿਆ ਜਾ ਸਕਦਾ ਹੈ क्वेश्चन ਕਿ ਜਿਹੜੇ Trespasser ਸੀ ਉਹਨਾਂ ਦਾ original title ਕੀ ਸੀ? Saga of Sigmund. It tells the story of Sigmund, a married man with children, and his adulterous affair with Helena. देखो ਇਹਦੇ characters main दो ही है। First one is Sigmund, second one is Helena. Sigmund ਦੀ age है 37 to 38 years and ਜਿਹੜੀ Helena है, Helena ਦੀ age है 27 to 28 years. Sigmund already married है, ਇਹਦੇ ਬੱਚੇ ਵੀ है, but ਇਹਨਾਂ ਦੋਨਾਂ ਦਾ ਕੀ ਹੈ ਆਪਸ ਦੇ ਵਿੱਚ affair है, ठीक है। She is quite young, बहुत छोटी उम्र दी है, वो मैच्योर मैन है, बट दोनों की एक रिलेशनशिप दे विच, एक अडल्टरस रिलेशनशिप दे विच। दिस इज ऑल स्टोरी अबाउट ट्रेसपासर्स। ਇਹਦੇ ਵਿੱਚ ਕੀ ਹੁੰਦਾ ਹੈ, ਹੈਲੇਨਾ ਕॉर्क नाम ਦੇ कैरेक्टर है। ਹੈਲੇਨਾ कॉर्क कौन सी? ਹੈਲੇਨਾ कॉर्क डी.एच. लॉरेंस ਦੇ नोन सी, ठीक है, डी.एच. लॉरेंस ਦੇ कॉन्टैक्ट ਦੇ ਵਿੱਚ ਸੀ। सेम स्टोरी ਹੈਲੇਨਾ कॉर्क ਦੇ ਨਾਲ ਵੀ ਹੁੰਦੀ ਹੈ, क्योंकि ਹੈਲੇਨਾ कॉर्क ਦਾ ਵੀ ਰਿਲੇਸ਼ਨ ਹੁੰਦਾ ਹੈ ਇੱਕ ਮੈਰਿਡ ਮੈਨ ਦੇ ਨਾਲ, एंड ਉਹਦਾ ਕੀ ਹੁੰਦਾ ਸੁਸਾइड ਹੁੰਦੀ ਕਿ ਸੁਸਾइड ਕਰ ਲੈਂਦੇ। मैं ਤੁਹਾਨੂੰ ਦੱਸਿਆ ਨਾ ਕਿ ਇਹਨਾਂ ਦੇ ਵਰਕਸ ਦੇ ਵਿੱਚ ਆਪਾਂ ਨੂੰ ਮਿਸਮੈਚ ਰਿਲੇਸ਼ਨਸ਼ਿਪਸ ਵੇਖਣ ਨੂੰ ਮਿਲਦੇ ਆ। ਵਾਈਟ ਪੀਕੌਕ ਦੇ ਵਿੱਚ ਵੀ ਮਿਸਮੈਚ ਰਿਲੇਸ਼ਨਸ਼ਿਪ ਸੀਗਾ, ਲੈਟਿਟਾ ਇਨਵੋਲਵਡ ਇਨ ਰਿਲੇਸ਼ਨਸ਼ਿਪ ਵਿਦ ਟੂ ਮੈਨ। ਸੇਮ ਲਾਈਕ दैट ट्रेसपासर्स ਦੇ ਵਿੱਚ ਵੀ ਕੀ ਹੈ, ਮਿਸਮੈਚ ਹੈ, ਮੈਰਿਡ ਹੈ, ਬੱਚੇ ਹੈ, ਯੰਗ ਹੈ, ਮਿਸਮੈਚ ਰਿਲੇਸ਼ਨ ਹੋ ਗਿਆ। ਸੇਮ ਵਿਦ दैट ਹੈਲੇਨਾ कॉर्क ਜਿਹੜੀ डी.एच. ਇਹ ਅਸਲ ਦੀ ਸਟੋਰੀ ਹੈ, ਰੀਅਲ ਸਟੋਰੀ ਹੈ ਹੈਲੇਨਾ कॉर्क ਦੀ, ठीक है, समझ आ गया। ਇਹਦੇ ਵਿੱਚ ਤੁਸੀਂ ਦੋ ਕੈਰੈਕਟਰਸ याद रखने हैं। फर्स्ट one is Sigmund and the second one is Helena. Next आ गई जी Sons and Lovers. Sons and Lovers autobiographical work है डी.एच. लॉरेंस का, ठीक है। ਇਹਦੀ स्टोरी ਤੁਸੀਂ ਜਿੰਨੀ ਵੀ ਜਾ ਕੇ ਡੈਪਥ ਦੇ ਵਿੱਚ ਪੜ੍ਹ ਸਕਦੇ ਹੋ, you should go through that, ठीक है, बहुत इंपॉर्टेंट है। Sons and Lovers got published in 1913, मास्टरपीस ਮੰਨਿਆ ਜਾਂਦਾ ਹੈ। हाँ, एक चीज़ होर ध्यान दे विच रखियो, जेडे भी राइटर्स तुसी करोगे उन्हां दे मास्टरपीस केड़े वर्क आ, बहुत इंपॉर्टेंट है, वो तुसी इंपॉर्टेंट नोट डाउन जरूर करियो, ठीक है। मास्टरपीस है इन्हां दा सन्स एंड लवर्स। स्टोरी ऑफ पॉल मॉरल, मेजर कैरेक्टर है स्टोरी दा पॉल मॉरल, बेस्ड ऑन द ईडिपस कॉम्पलैक्स। ये जिहड़ा नॉवल है इनू फर्स्ट मैच्योर नॉवल भी कहा जाता है, ठीक है। दो पार्ट्स दे विच डिवाइडेड है, अराउंड 13 चैप्टर्स है इहदे विच। ਇਹਦੇ ਵਿੱਚ ਕੀ ਹੈ, ਤੁਹਾਨੂੰ ਫਰਸਟ ਫਰਾਈਡੀਅਨ ਨੋਵਲ ਵੀ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹ ਉਹ ਨੋਵਲ ਹੈ ਜਿਹਦੇ ਵਿੱਚ ਆਪਾਂ ਨੂੰ ਐਲੀਮੈਂਟਸ ਆਫ ਇਡੀਪਸ ਕੰਪਲੈਕਸ ਦੇਖਣ ਨੂੰ ਮਿਲਦੇ ਹੈ। ਨਾਓ ਵਾਟ ਇਜ਼ ਇਡੀਪਸ ਕੰਪਲੈਕਸ? ਇਡੀਪਸ ਕੰਪਲੈਕਸ ਕੀ ਹੁੰਦਾ ਹੈ? when a father is get attracted when a mother is get attracted toward his son and father got attracted toward the daughter, ठीक है, ਇਹ ਹੁੰਦਾ ਇਡੀਪਸ ਕੰਪਲੈਕਸ। ਇਸ ਨੋਵਲ ਦੇ ਵਿੱਚ ਆਪਾਂ ਨੂੰ ਇਡੀਪਸ ਕੰਪਲੈਕਸ ਦੇਖਣ ਨੂੰ ਮਿਲੂਗਾ ਕਿਹਦੇ ਵਿਚਕਾਰ? पॉल मॉरल ਦੇ ਵਿਚਕਾਰ एंड विद हिज मदर गर्ट्रूड मॉरल, ठीक है, ਤੁਹਾਡੇ ਨਾਲ ਮੈਂ ਅੱਗੇ डिस्कस करूंगी। फर्स्ट मैच्योर नॉवल ਮੰਨਿਆ ਜਾਂਦਾ ਹੈ। so before publication the work was usually titled पॉल मॉरल। ਇਹਦਾ वर्किंग टाइटल ਕੀ ਸੀ ਕਿ ਜਦੋਂ ਇਹ ਪਬਲਿਸ਼ ਨਹੀਂ ਹੋਇਆ ਸੀ, ਹਲੇ ਦੇ ਉੱਪਰ वर्क ਹੋ ਰਿਹਾ ਸੀ, ਤਾਂ ਇਹਦਾ ਨਾਮ ਸੀ पॉल मॉरल। ਜਦੋਂ ਇਹ ਕੰਪਲੀਟ ਹੋ ਗਿਆ, ਇਹ ਪਬਲਿਸ਼ ਹੋ ਗਿਆ, ਇਹਦਾ ਨਾਮ ਉਹਨਾਂ ਨੇ ਚੇਂਜ ਕਰਕੇ ਕੀ ਰੱਖਤਾ? ਸਨਸ ਐਂਡ ਲਵਰਸ, ठीक है। ਇਹਦੇ ਚ ਕੈਰੈਕਟਰਸ ਕਿਹੜੇ ਕਿਹੜੇ ਹੈ? ਪॉल ਜਿਹੜਾ ਮੇਜਰ ਕੈਰੈਕਟਰ ਹੈ, गर्ट्रूड मॉरल, गर्ट्रूड मॉरल कौन है? पॉल मॉरल दी मदर है। मरियम, मरियम लिवर्स, मरियम तुसी अगे जाके देखोगे, मरियम कौन सी? पॉल मॉरल दी लवर है। एंड एज वेल एज द क्लैरा डेविस, ये भी क्लैरा डेविस भी कौन है? पॉल मॉरल दी लवर ही है, ठीक है, बट शी इज अ मैरिड वुमेन, ये मैरिड है। तो मैं स्टोरी वैसे दस दिनी है पहला की है। ਇਹਦੇ ਵਿੱਚ ਕੀ ਹੁੰਦਾ ਹੈ? मेजर कैरेक्टर अपना पॉल मॉरल, ठीक है। ਜਿਹੜੀ पॉल मॉरल ਦੇ ਪੈਰੈਂਟਸ ਸੀਗੇ ਮਿਸਟਰ ਮॉरल एंड एज वेल एज मिसिस मॉरल, ਇਹਨਾਂ ਦੀ ਮੈਰਿਜ ਹੋ ਜਾਂਦੀ ਹੈ। ਜਦੋਂ ਮੈਰਿਜ ਹੁੰਦੀ ਹੈ ਇਹ ਕਿਸੇ ਫੈਮਿਲੀ ਫੰਕਸ਼ਨ ਦੇ ਵਿੱਚ ਮਿਲਦੇ ਹੈ ਐਂਡ ਆਫਟਰ ਦੈਟ ਕੀ ਹੈ, ਇਹਨਾਂ ਦੋਨਾਂ ਦੀ ਮੈਰਿਜ ਹੋ ਜਾਂਦੀ ਹੈ। ਇਹਨਾਂ ਦੇ ਅੱਗੋਂ ਬੱਚੇ ਹੁੰਦੇ ਹੈ, ਪॉल, ਵਿਲੀਅਮ, ਦੋ ਬੱਚੇ ਹੋਰ ਹੁੰਦੇ ਹੈ, ठीक है। ਕੀ ਹੁੰਦਾ ਹੈ, ਜਿਹੜੀ ਮਿਸਿਸ ਮॉरल ਹੈ, ਗਰਟਰੂਡ ਮॉरल ਹੈ, ਇਹਨਾਂ ਦੀ ਆਪਦੇ ਬੱਚੇ ਵਿਲੀਅਮ मॉरल ਦੇ ਵੱਲ ਬਹੁਤ ਜ਼ਿਆਦਾ ਅਟਰੈਕਸ਼ਨ ਹੁੰਦੀ, ठीक है, आपके बच्चे के वाल बहुत ज़्यादा अट्रैक्टेड होंगे विलियम मॉरल के वाल।
ਬਟ ਡਿਊ ਟੂ ਸਮ ਸਕਿਨ ਡਿਜ਼ੀਜ਼ ਵਿਲੀਅਮ ਮੋਰਲ ਦੀ ਕੀ ਹੈ, ਡੈਥ ਹੋ ਜਾਂਦੀ। ਜਦੋਂ ਵਿਲੀਅਮ ਮੋਰਲ ਦੀ ਡੈਥ ਹੁੰਦੀ ਹੈ ਤਾਂ ਜਿਹੜੇ ਉਹਨਾਂ ਦੀ ਮਦਰ ਹੈ ਗਰਟਰੂਡ ਮੋਰਲ, ਉਹਨਾਂ ਦੀ ਸਾਰੀ ਅਟੈਂਸ਼ਨ ਆਪਦੇ ਬੇਟੇ ਪੌਲ ਮੋਰਲ ਵੱਲ ਆ ਜਾਂਦੀ। ਠੀਕ ਹੈ, ਪੌਲ ਮੋਰਲ ਕੀ ਹੈ, ਪੌਲ ਮੋਰਲ ਨੂੰ ਵੀ ਐਜੂਕੇਸ਼ਨ ਦੇ ਲਈ ਅੱਗੇ ਸਕੂਲ ਕਾਲਜਸ ਦੇ ਵਿੱਚ ਜਾਣਾ ਪੈਂਦਾ ਹੈ। ਜਦੋਂ ਅੱਗੇ ਮੂਵ ਔਨ ਹੁੰਦਾ ਹੈ ਤਾਂ ਪੌਲ ਮੋਰਲ ਦੀ ਲਾਈਫ ਦੇ ਵਿੱਚ ਇੱਕ ਕੈਰੈਕਟਰ ਆਉਂਦੀ ਹੈ ਜਿਹਦਾ ਨਾਮ ਹੈ ਮਰੀਅਮ। ਮਰੀਅਮ ਕੌਣ ਹੈ? ਜੈਸੀ ਚੈਂਬਰਸ, ਜਿਹਨੇ ਕਿ ਅਸਲ ਦੇ ਵਿੱਚ ਡੀ.ਐਚ. ਲਾਰੈਂਸ ਦੇ ਕੀ ਹੈ ਪੋਇਟਰੀ ਸੈਕਸ਼ਨ ਨੂੰ ਪਬਲਿਸ਼ ਕਰਵਾਇਆ ਸੀ। ਠੀਕ ਹੈ, ਲਾਈਫ ਦੇ ਵਿੱਚ ਮਰੀਅਮ ਆਉਂਦੀ ਹੈ, ਦੋਨੋਂ ਇੱਕ ਦੂਜੇ ਵੱਲ ਅਟਰੈਕਟ ਹੋ ਜਾਂਦੇ ਆ। ਪਰ ਜਿਹੜੀ ਪੌਲ ਮੋਰਲ ਦੀ ਮਦਰ ਹੈ ਗਰਟਰੂਡ ਮੋਰਲ, ਉਹ ਮਰੀਅਮ ਨੂੰ ਪਸੰਦ ਨਹੀਂ ਕਰਦੇ। ਕਿਉਂ ਨਹੀਂ ਪਸੰਦ ਕਰਦੇ? ਕਿਉਂਕਿ ਉਹਨਾਂ ਨੂੰ ਐਦਾਂ ਲੱਗਦਾ ਹੈ ਕਿ ਜਿਹੜੀ ਮਰੀਅਮ ਹੈ ਉਹ ਮੇਰੇ ਬੇਟੇ ਨੂੰ ਮੇਰੇ ਤੋਂ ਦੂਰ ਕਰ ਰਹੀ ਹੈ। ਠੀਕ ਹੈ, ਉਹ ਇਹ ਨਹੀਂ ਚਾਹੁੰਦੇ ਕਿ ਪੌਲ ਮੋਰਲ ਮੇਰੇ ਤੋਂ ਦੂਰ ਹੋਵੇ ਕਿਸੇ ਵੀ ਤਰ੍ਹਾਂ। ਮਰੀਅਮ ਤੋਂ ਇਸ ਕਰਕੇ ਜੈਲਸ ਫੀਲ ਕਰਦੇ ਕਿਉਂਕਿ ਉਹਨਾਂ ਨੂੰ ਐਦਾਂ ਲੱਗਦਾ ਕਿ ਜਿਹੜੀ ਮਰੀਅਮ ਹੈ ਉਹ ਮੇਰੇ ਬੇਟੇ ਨੂੰ ਮੇਰੇ ਤੋਂ ਦੂਰ ਕਰ ਰਹੀ ਹੈ। ਉਸ ਦੇ ਦੌਰਾਨ ਦੇ ਵਿੱਚ ਕੀ ਹੁੰਦਾ ਹੈ, ਜਿਹੜੇ ਪੌਲ ਮੋਰਲ ਹੈ ਉਹ ਮਿਲਦੇ ਆ ਕਲੈਰਾ ਨਾਮ ਦੇ ਕੈਰੈਕਟਰ। ਠੀਕ ਹੈ, ਉਸੇ ਟਾਈਮ ਦੇ ਦੌਰਾਨ ਦੇ ਵਿੱਚ ਜਦੋਂ ਕਲੈਰਾ ਨੂੰ ਮਿਲਦੇ ਹੈ, ਕਲੈਰਾ ਦੇ ਨਾਲ ਹੀ ਇਜ਼ ਫਿਜ਼ੀਕਲੀ ਅਟਰੈਕਟਿਡ। ਠੀਕ ਹੈ, ਤੇ ਉਹਨੂੰ ਕੀ ਹੈ, ਉਹਨੂੰ ਉਹਦੇ ਤੋਂ ਕੋਈ ਵੀ ਮਰੀਅਮ ਦੇ ਨਾਲ ਕੋਈ ਵੀ ਇੰਟਰਸਟ ਨਹੀਂ ਰਹਿੰਦਾ। ਬਟ ਜਿਹੜੀ ਕਲੈਰਾ ਹੈ ਸ਼ੀ ਇਜ਼ ਆਲਰੇਡੀ ਅ ਮੈਰਿਡ ਵੂਮਨ। ਉਹ ਪੌਲ ਨੂੰ ਸਮਝਾਉਂਦੀ ਰਹਿੰਦੀ ਹੈ ਕਿ ਤੂੰ ਮਰੀਅਮ ਦੀ ਲਾਈਫ ਦੇ ਵਿੱਚ ਵਾਪਸ ਜਾ, ਕਿ ਮਰੀਅਮ ਹੀ ਤੇਰੇ ਲਈ ਜ਼ਿਆਦਾ ਬੈਟਰ ਹੈ ਮੇਰੇ ਨਾਲੋਂ। ਇਸ ਦੇ ਦੌਰਾਨ ਜਿਹੜੇ ਕਲੈਰਾ ਦੇ ਹਸਬੈਂਡ ਹੈ ਉਹ ਵੀ ਕੀ ਹੈ ਮਾਰ ਕੁਟਾਈ ਕਰਦੇ ਆ ਪੌਲ ਮੋਰਲ ਦੀ। ਪੌਲ ਉਹਨਾਂ ਤੋਂ ਵੀ ਕੁੱਟ ਖਾ ਲੈਂਦਾ ਹੈ ਕਿਸੇ ਰੀਜ਼ਨ ਕਰਕੇ। ਆਫਟਰ ਦੈਟ ਕੀ ਹੁੰਦਾ, ਸਲੋਲੀ ਬਾਏ ਸਲੋਲੀ ਉਸ ਤੋਂ ਬਾਅਦ ਕੀ ਹੁੰਦਾ ਹੈ, ਜਿਹੜੇ ਇਹਦੇ ਮਦਰ ਹੁੰਦੇ ਆ ਗਰਟਰੂਡ ਮੋਰਲ ਹੁੰਦੇ ਆ, ਇਹਨਾਂ ਨੂੰ ਟਿਊਮਰ ਹੋਣਾ ਸਟਾਰਟ ਹੋ ਜਾਂਦਾ ਹੈ। ਠੀਕ ਹੈ, ਤੇ ਜਿਹੜੇ ਪੌਲ ਮੋਰਲ ਹੈ ਉਹ ਆਪਦੀ ਮਦਰ ਨੂੰ ਥੋੜੀ ਥੋੜੀ ਡੋਜ਼ ਦੇ ਵਿੱਚ ਨਾ ਮੋਰਫਿਨ ਦਿੰਦੇ ਰਹਿੰਦੇ ਆ ਕਿ ਤਾਂ ਜੋ ਇਹਨਾਂ ਨੂੰ ਪ੍ਰੋਬਲਮ ਨਾ ਹੋਵੇ, ਕੋਈ ਪੇਨ ਵਗੈਰਾ ਨਾ ਹੋਵੇ, ਤੇ ਇਹਨਾਂ ਨੂੰ ਕੀ ਹੈ ਹੌਲੀ ਹੌਲੀ ਇਹਨਾਂ ਦੀ ਡੈਥ ਇਹਨਾਂ ਦੇ ਕਲੋਜ਼ ਆ ਜਾਏ। ਜਿਵੇਂ ਜਿਵੇਂ ਉਹ ਟਾਈਮ ਪੀਰੀਅਡ ਬੀਤਦਾ ਜਾਂਦਾ ਹੈ ਉਹ ਕੀ ਹੈ ਮੋਰਫਿਨ ਦੀ ਡੋਜ਼ ਵਧਾ ਦਿੰਦੇ ਆ ਆਪਦੀ ਮਦਰ ਦੇ ਲਈ, ਤੇ ਐਂਡ ਦੇ ਵਿੱਚ ਕੀ ਹੁੰਦਾ ਉਹਦੀ ਮਦਰ ਦੀ ਡੈਥ ਹੋ ਜਾਂਦੀ। ਪਿੱਛੇ ਕੌਣ ਰਹਿ ਗਏ? ਪੌਲ ਮੋਰਲ। ਜਿਹੜਾ ਪੌਲ ਸੀ ਉਹਨੂੰ ਮਰੀਅਮ ਦੇ ਨਾਲ ਵੀ ਅਟਰੈਕਸ਼ਨ ਨਹੀਂ ਸੀ। ਠੀਕ ਹੈ, ਉੱਥੋਂ ਵੀ ਦੂਰ ਹੋ ਗਿਆ ਸੀ, ਇਧਰੋਂ ਕਲੈਰਾ ਤੋਂ ਵੀ ਉਹ ਦੂਰ ਹੋ ਗਿਆ। ਹੁਣ ਪੌਲ ਕੀ ਬਿਲਕੁਲ ਇਕੱਲਾ ਰਹਿ ਜਾਂਦਾ ਹੈ। ਐਂਡ ਦੇ ਵਿੱਚ ਪੌਲ ਨੂੰ ਫੀਲ ਹੁੰਦਾ ਕਿ ਮੈਂ ਇਕੱਲਾ ਰਹਿ ਗਿਆ। ਉਹਨੂੰ ਸਾਰੇ ਕਹਿੰਦੇ ਕਿ ਤੂੰ ਦੁਬਾਰਾ ਤੋਂ ਮਰੀਅਮ ਦੇ ਕੋਲ ਵਾਪਸ ਚਲਾ ਜਾ, ਕਿ ਸ਼ੀ ਵਿਲ ਹੋਲਡ ਯੂ। ਬਟ ਪੌਲ ਕਹਿੰਦਾ ਕਿ ਮੇਰੇ ਨਾਲ ਇੰਨਾ ਕੁਝ ਹੋ ਗਿਆ ਤਾਂ ਉਹ ਬਰੇਵਲੀ ਐਜ਼ ਅ ਕਰੇਜਸ ਬॉय ਬਣ ਕੇ ਸਾਰਾ ਕੁਝ ਕੀ ਹੈ ਮਤਲਬ ਫੇਸ ਕਰ ਲੈਂਦਾ ਹੈ, ਸਾਰਾ ਕੁਝ ਕੀ ਹੈ ਟੋਲਰੇਟ ਕਰ ਲੈਂਦਾ ਐਂਡ। So that was all the story about Sons and Lovers। ਇਹਦੇ ਚ ਆਪਾਂ ਨੂੰ ਦਿਖਾਇਆ ਇਡੀਪਸ ਕੰਪਲੈਕਸ ਦੇ ਐਲੀਮੈਂਟਸ ਹੈ ਡੀ.ਐਚ. ਲਾਰੈਂਸ ਦੇ ਕਿਹੜੇ ਵਰਕ ਦੇ ਵਿੱਚ ਨੂੰ ਵੇਖਣ ਨੂੰ ਮਿਲਦੇ ਆ Sons and Lovers ਦੇ ਵਿੱਚ। ਠੀਕ ਹੈ, the story ਦੇਖ ਲਓ। The story talks about the Morrel's family, Gertrude Coppard, who is a gorgeous woman, and Walter Morrell, who was a minor, met at a Christmas party and a year after they were married। Gertrude ਕੌਣ ਹੈ? ਪੌਲ ਮੋਰਲ ਦੀ ਮਦਰ ਹੈ। ਵਾਲਟਰ ਮੋਰਲ ਕੌਣ ਸੀ? ਪੌਲ ਮੋਰਲ ਦੇ ਫਾਦਰ ਸੀ। ਕ੍ਰਿਸਮਸ ਪਾਰਟੀ ਦੇ ਵਿੱਚ ਮਿਲਦੇ ਹੈ, ਉਹਨਾਂ ਦੀ ਮੈਰਿਜ ਹੋ ਜਾਂਦੀ ਹੈ। ਐਂਡ ਆਫਟਰ ਦੈਟ ਦੇ ਹੈਡ 4 ਚਿਲਡਰਨਸ, ਵਿਲੀਅਮ, ਆਰਥਰ, ਐਨੀ ਐਂਡ ਪੌਲ। Paul was similar to his mother. He loved painting and worked in the Nottingham. He had a close relationship with his mother. In fact, he wanted that she lived forever with him। ਤੁਹਾਨੂੰ ਮੈਂ ਦੱਸ ਚੁੱਕੀ ਹਾਂ ਕਿ ਪੌਲ ਦਾ ਆਪਦੇ ਮਦਰ ਦੇ ਨਾਲ ਬਹੁਤ ਡੂੰਘਾ ਰਿਲੇਸ਼ਨ ਸੀ ਤੇ ਉਹ ਚਾਹੁੰਦਾ ਸੀਗਾ ਕਿ ਮੇਰੀ ਮਦਰ ਮੇਰੇ ਨਾਲ ਹਮੇਸ਼ਾ ਹੀ ਰਵੇ। One day, Paul and Gertrude went to village farm and here Paul met Miriam। Paul Miriam ਨੂੰ ਮਿਲਦਾ ਹੈ। A young girl, they fell in love, but sometimes she hated her even if he felt to belong to her, who wanted a spiritual love। Thanks to Miriam, he met Clara Daves। ਉਸ ਤੋਂ ਬਾਅਦ ਉਹ ਕਲੈਰਾ ਨੂੰ ਮਿਲਦਾ ਹੈ। A married woman who broke off with her husband। Paul was attracted by Clara, but she advised him to go to Miriam। ਜਿਹੜੀ ਕਲੈਰਾ ਹੈ ਉਹਨੂੰ ਟਾਈਮ ਟੂ ਟਾਈਮ ਐਡਵਾਈਸ ਕਰਦੀ ਰਹਿੰਦੀ ਹੈ ਪੌਲ ਨੂੰ ਕਿ ਮਰੀਅਮ ਕੋਲ ਜਾ, ਮਰੀਅਮ ਤੇਰੇ ਲਈ ਬੈਸਟ ਹੈ। Paul and Miriam had a real love story, but after some time they broke off because he didn't want to get married, and the day after he began a secret love story with Clara when their passion finished and Baxter कौन सी? Baxter ਜਿਹੜਾ Clara ਹੈ married woman ਹੈ ਉਹਦਾ husband ਹੈ ਇਹ Baxter discovered the story, they broke off and she returned to her husband। While Paul was loving Clara, his mother got ill। Paul ਦੇ ਜਿਹੜੇ mother ਹੈ Gertrude Morrell ਉਹ ਬਿਮਾਰ ਹੋ ਜਾਂਦੇ ਆ। She had a cancer and when she got worse,
एनी एंड पॉल, एनी कौन सी, पॉल दी सिस्टर है जड़ी, ठीक है। एनी एंड पॉल किल्ड देयर मदर गिविंग द मॉर्फिन सो शी डाइड द डे बिफोर। मॉर्फिन दे देंगे कि तां जो जदों दी डेथ होवे पेनलैस डेथ होवे, औखी ना होवे साडे मदर। Paul was alone and desperate because of his mother's death, so he thought that Mariam could help him. They met for the last time. She wanted to marry him, but he refused. So finally, Paul decided to face the situation with courage. समझ आ गई स्टोरी सन्स एंड लवर्स की? कोई डाउट? नेक्स्ट नॉवल है जी द रेनबो, ठीक है। रेनबो दा सीक्वल सी विमेन इन लव। रेनबो ਨੂੰ ਕੀ ਕੀਤਾ ਗਿਆ ਸੀ, ਬੈਂਡ ਕੀਤਾ ਗਿਆ ਸੀ ਵਿਮਨ ਇਨ ਲਵ ਦੇ ਨਾਲ, ਠੀਕ ਹੈ। ਸੀਕਵਲ ਸੀ ਵਿਚ ਗॉट ਪਬਲਿਸ਼ਡ ਇਨ 1915, ਸੋ ਦਿਸ ਨੋਵਲ ਵਾਸ ਬੈਂਡ। ਇਹ ਜਿਹੜੀ ਸਟੋਰੀ ਹੈ ਇਹ 3 ਜਨਰੇਸ਼ਨਸ ਦੀ ਸਟੋਰੀ ਹੈ, ਠੀਕ ਹੈ। ਬ੍ਰੈਂਗਵਨ ਫੈਮਿਲੀ ਹੈ, ਉਹਦੇ ਵਿੱਚ 3 ਜਨਰੇਸ਼ਨਸ ਨੂੰ ਡਿਪਿਕਟ ਕੀਤਾ ਗਿਆ, ਉਹਨਾਂ ਦੀ ਸਟੋਰੀ ਹੈ ਇਹ। ਇਸ ਨੋਵਲ ਦਾ ਫਰਸਟ ਨੇਮ ਕੀ ਸੀ? ਫਰਸਟ ਨੇਮ ਸੀ ਦ ਸਿਸਟਰਸ ਐਂਡ ਦ ਵੈਡਿੰਗ ਰਿੰਗ। ਕਿਸੇ ਵੀ ਵਰਕ ਦਾ ਤੁਹਾਨੂੰ फुल नेम, टाइटल, ओरिजिनल नेम, ठीक है, वो आ जान ते इंपॉर्टेंट हुंदे है ये। तो द फर्स्ट नेम की सी द सिस्टर्स एंड द वेडिंग रिंग। इहदे च मेन कैरेक्टर्स किहड़े-किहड़े है? टॉम ब्रिंगवेन, लीडिया, एना, विल, उर्सुला, एंटन स्क्रिम्बस्की। ਤੁਹਾਨੂੰ मैं फिर रिपीट कर रही ਹਾਂ कि जिवें आपां राइटर्स कर रहे हैं, ਜਿਹੜਾ ਇਹਨਾਂ ਦਾ सन्स एंड लवर्स ਜਿਹੜਾ नॉवल है वो अपने लिए बहुत क्रूशियल है। आपां ਉਹਦੀ समरी डिटेल ਦੇ ਵਿੱਚ कर रही हैं। जोड़े दूसरे जोड़े वर्क्स है इन्हों के जिमें कि रेनबो हो गया, वाइट पीकॉक हो गया, वो थोड़ा आउटलाइन पता होनी चाहिए, जस्ट कि आउटलाइन की आ अपने लिए उन्नी सफिशिएंट है, ठीक है। कैरेक्टर्स है टॉम, लीडिया, एना, विल, उर्सुला एंड एंटन। देखो टॉम एंड लीडिया, टॉम एंड लीडिया हसबैंड वाइफ है। देखो ये फर्स्ट जनरेशन के मैंबरस है। इस नॉवल में 3 जनरेशन की गल की गई है। फर्स्ट जनरेशन के ए है, सैकेंड जनरेशन के ए 2 है, विल एंड एना, एंड थर्ड जनरेशन के 3 है, उर्सुला, एंटन एंड विनफ्रेड। 3 जनरेशन कवर हो गई है ना। देखो फर्स्ट जनरेशन के विच की हुंदे टॉम एंड लीडिया। लीडिया जी बहुत ही एजुकेटेड यंग लेडी है, बहुत रिच है। दोनों की मैरिज हो जाती है, बट दोनों की आपस के विच की अंडरस्टैंडिंग नहीं होंगी, इकट्ठे रह रहे होंगे बट दे हैव नो लव विद इन देयर सेल्फ, ठीक है। टॉम दा ब्रदर हुंदा है, टॉम दे ब्रदर दा एक बेटा हुंदा है जिहदा नाम हुंदा है विल। टॉम दा की होया, नेफ्यू हो गया, भतीजा हो गया विल। ऑन द अदर हैंड जिहड़ी लीडिया है, लीडिया ऑलरेडी मैरिड सीगी, आपदे हसबैंड तो सैपरेट हो चुकी। उस हसबैंड तो लीडिया दे एक बेटी है जिहदा नाम है एना, ठीक है। एना दा टॉम दे नाल काफ़ी अच्छा रिलेशन है, मीन आपदे स्टेप फादर दे नाल उहदा की बहुत वधिया रिलेशन है। जिथे भी एना जाती है वो आपदे जिथे भी एना जाती है टॉम उहदे नाल जाते हैं हमेशा, ठीक है, उहदी एज अ सिक्योरिटी दे लई। हौली हौली की हुंदा है, ये दोनों एक दूजे नूं मिलदे है। टॉम दा नैफ्यू एंड एज वैल एज लीडिया दी स्टैप डॉटर है जिहड़ी एना, दोनों एक दूजे के कॉन्टैक्ट दे विच आउंदे है। दे बोथ वांट टू गेट मैरिड, बट टॉम इस चीज़ को लैके एग्री नहीं करते कि इन्होंने दोनों की मैरिज हो। बट वो आपकी डॉटर एना को इन्ना ज़्यादा प्यार करते हैं कि उन्होंने आए लगता है कि फाइनली वो एग्री कर जाते हैं कि मैं एना ते टॉम की मैरिज करवा दा। इन्होंने दोनों की भी मैरिज हो जाती है। मैरिज तो कुछ टाइम बाद दोनों बहुत वधिया रहते हैं, बट फाइनली इन्हों की रिलेशनशिप के भी की है डिस्प्यूट आ जाता है, ठीक है। इन्हों दोनों की एक डॉटर होंगी है जिहदा नाम होंदा उर्सुला, ठीक है। उर्सुला है जी काफ़ी फैशनेबल है, यंग गर्ल है, एजुकेटेड है। ये की है एजुकेशन लैन के लिए इनू बाहर भेजा जाता है। जी ये नानी है, नानी कौन सी उर्सुला दे? लीडिया, ठीक है। इनू हमेशा टाइम टू टाइम की है एजुकेशन की टीचिंग्स देंदे रहंदे कि आप सोसाइटी दे विच किवें रहना है आपने, ठीक है। लीडिया जो स्कूल दे विच पढ़ रही होंदी है, उत्थे एक टीचर होंदी है विनफ्रेड। इहदा इहदे नाल की रिलेशन है आई टेल यू लेटर ऑन, ठीक है। पहले देख लो उर्सुला कॉन्टैक्ट दे विच आउंदी है सिटी दे विच एंटन दे नाल। एंटन कौन है? एंटन एक ब्रिटिश ऑफिसर है, ठीक है। एंटन नूं किसी आपदे ऑफिसर मतलब आपदी कह सकते जॉब के रिगार्डिंग बाहर जाना पै जांदा है। फिर जो सिटी दे विच आउंदा है, ये दोनों एक दूजे नाल इन्हां दा कनैक्शन वधिया हुंदा है, रिलेशनशिप दे विच आउंदे हैं दोनों जाने। बट फाइनली एंटन की है आपदी आर्मी दे कोल वापस चला जाता है क्योंकि ब्रिटिश सोल्जर है। उर्सुला नूं फिर इदां फील हुंदा है कि मैं इकल्ली रह गई,
ਉਰਸੁਲਾ ਆਪਦੇ ਟੀਚਰ ਵਿਨਫਰੈਡ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂਦੀ ਹੈ। ਸੇਮ ਸੈਕਸ, ਸ਼ੀ ਇਜ਼ ਅ ਫੀਮੇਲ, ਇਹ ਵੀ ਫੀਮੇਲ ਹੈ, ਦੋਨੋਂ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂਦੀਆਂ ਨੇ। ਇਹ ਵੀ ਬ੍ਰੋਕਨ ਹੋ ਜਾਂਦਾ ਹੈ, ਉਹ ਵੀ ਚਲਾ ਜਾਂਦਾ ਹੈ, ਉਰਸੁਲਾ ਇਕੱਲੀ ਰਹਿ ਜਾਂਦੀ। ਫਾਈਨਲੀ ਉਰਸੁਲਾ ਇੱਕ ਰੇਨਬੋ ਦੇਖਦੀ ਹੈ ਸਕਾਈ ਦੇ ਵਿੱਚ। ਜਦੋਂ ਰੇਨਬੋ ਦੇਖਦੀ ਹੈ ਉਹਨੂੰ ਇਦਾਂ ਲੱਗਦਾ ਹੈ ਕਿ ਉਹਨੂੰ ਇੱਕ ਵਿਜ਼ਨ ਆਫ ਹੋਪ ਮਿਲਦਾ ਹੈ ਕਿ ਮੇਰੇ ਲਈ ਸ਼ਾਇਦ ਕੁਝ ਫਿਰ ਚੰਗਾ ਹੋਊਗਾ, ਸ਼ਾਇਦ ਮੇਰੀ ਲਾਈਫ ਦੇ ਵਿੱਚ ਐਂਟਨ ਵਾਪਸ ਆਏਗਾ। ਤਾਂ ਕੀ ਹੈ ਕੁਐਸਚਨ ਆ ਸਕਦਾ ਹੈ ਤੁਹਾਨੂੰ ਕਿ ਜਿਹੜੀ ਉਰਸੁਲਾ ਹੈ ਉਹ ਐਂਡ ਆਫ ਦਾ ਨੋਵਲ ਦੇ ਵਿੱਚ ਉਹਨੂੰ ਕੀ ਦਿਖਦਾ ਹੈ। ਸੋ ਆਪ ਤੁਸੀਂ ਆਨਸਰ ਕੀ ਕਰੋਗੇ, she sees a vision of hope in the rainbow। ਰੇਨਬੋ ਦੇਖਦੀ ਹੈ, ਉਹਨੂੰ ਆਏ ਲੱਗਦਾ ਕਿ ਰੇਨਬੋ ਦੇ ਨਾਲ ਮੇਰੀ ਲਾਈਫ ਦੇ ਵਿੱਚ ਕੀ ਹੈ ਕੋਈ ਹੋਪ ਆਊਗਾ। ਸਮਝ ਆ ਗਈ ਸਟੋਰੀ ਇਹਦੀ। ਨੈਕਸਟ ਇਜ਼ women in love। ਰੇਨਬੋ ਦਾ ਸੀਕੁਅਲ ਹੀ ਹੈ women in love। ਕੁਐਸਚਨ ਆ ਸਕਦਾ ਹੈ ਕਿਹੜੀ ਕੈਰੈਕਟਰ ਹੈ ਜਿਹੜੀ ਤੁਹਾਨੂੰ ਰੇਨਬੋ ਦੇ ਵਿੱਚ ਵੀ ਵੇਖਣ ਨੂੰ ਮਿਲਦੀ ਹੈ ਐਂਡ ਐਜ਼ ਵੈਲ ਐਜ਼ ਸੇਮ ਕੈਰੈਕਟਰ ਇਨ women in love। ਉਹ ਕੌਣ ਹੈ, ਉਰਸੁਲਾ। ਠੀਕ ਹੈ। So Women in Love got published in 1920. This novel is the sequel to The Rainbow. It continues the stories of two characters of Brangwen sisters, Gudrun and Ursula. ठीक है, दो sisters की कहानी है ये। उर्सुला तो सेम कैरेक्टर है, उससे दही दूजा आ गया गुडरुन। तो गुडरुन कौन है, गुडरुन इज एन आर्टिस्ट, एक आर्टिस्ट है, किहदे ऊपर बेस्ड है, कैथरीन मैन्सफील्ड। कैथरीन मैन्सफील्ड कौन सी, डी.एच. लॉरेंस की एक बहुत वधिया फ्रेंड सी। ਇਹ कैरेक्टर है जी गुडरन ਉਹਦੇ ਉੱਪਰ बेस्ड है। एंड उर्सुला है जी, उर्सुला ਦਾ कैरेक्टर ਕਿਹਦੇ ਉੱਪਰ बेस्ड है, ਫਰੀਡਾ ਦੇ ਉੱਪਰ, ਜਿਹੜੀ 1912 ਦੇ ਵਿੱਚ ਲਾਰੈਂਸ ਦੇ ਨਾਲ ਭੱਜ ਜਾਂਦੀ ਹੈ, ਅਲੋਪ ਹੋ ਗਈ ਸੀ ਨਾ ਜਿਹੜੀ, ਉਹਦੇ ਉੱਪਰ बेस्ड है ਉਰਸੁਲਾ ਦਾ कैरेक्टर। ठीक है, ਕਿਉਂਕਿ ਆਪਾਂ ਵੇਖਿਆ ਨਾ ਕਿਉਂਕਿ ਡੀ.ਐਚ. ਲਾਰੈਂਸ ਦੇ ਸਾਰੇ कैरेक्टर्स ਉਹਦੀ ओरिजिनल ਲਾਈਫ ਦੇ ਨਾਲ ਹੀ ਰਿਲੇਟ ਕਰਦੇ ਆ, ਇਸ ਕਰਕੇ ਉਹਨਾਂ ਨੇ ਇੱਥੇ ਰੈਫਰੈਂਸ ਦਿੱਤਾ ਹੈ। ਗੁਡਰੂਨ ਹੈ ਜਿਹੜੀ ਲਾਰੈਂਸ ਦੀ ਫਰੈਂਡ ਨੂੰ ਡਿਪਿਕਟ ਕਰ ਰਹੀ ਆ, ਤੇ ਜਿਹੜੀ ਉਰਸੁਲਾ ਹੈ ਉਹ ਲਾਰੈਂਸ ਦੀ ਵਾਈਫ ਹੈ ਜਿਹੜੀ ਫਰੀਡਾ, ਉਹਨੂੰ ਡਿਪਿਕਟ ਕਰਦੀ ਆ। ਠੀਕ ਹੈ, ਗੁਡਰੂਨ ਹੈ ਜਿਹੜੀ ਗੁਡਰੂਨ ਰਿਲੇਸ਼ਨਸ਼ਿਪ ਦੇ ਵਿੱਚ ਹੁੰਦੀ ਹੈ ਗੈਰਾਲਡ ਦੇ ਨਾਲ, ਦੋਨਾਂ ਦੀ ਮੈਰਿਜ ਹੋ ਜਾਂਦੀ ਹੈ, ਬਟ ਫਾਈਨਲੀ ਇਹਨਾਂ ਦੀ ਮੈਰਿਜ ਕੀ ਹੁੰਦੀ ਹੈ, ਸੈਡ ਐਂਡਿੰਗ ਹੁੰਦੀ। ਠੀਕ ਹੈ, ਦੂਸਰੀ ਕੈਰੈਕਟਰ ਹੈ ਉਰਸੁਲਾ। ਉਰਸੁਲਾ ਮਿਲਦੀ ਹੈ ਰੂਪਰਟ ਬਰਕਿਨ ਨਾਮ ਦੇ ਕੈਰੈਕਟਰ ਨੂੰ, ਇਹਨਾਂ ਦੀ ਮੈਰਿਜ ਹੋ ਜਾਂਦੀ ਹੈ, ਇਹ ਦੋਨੋਂ ਕੀ ਹੈ ਫਾਈਨਲੀ ਹੈਪੀ ਹੁੰਦੇ ਹੈ। ਇਸ ਨੋਵਲ ਦੇ ਵਿੱਚ ਸਾਨੂੰ ਕੰਟਰਾਸਟ ਵਿਖਾਇਆ ਗਿਆ ਬਿਟਵੀਨ ਦਾ ਹੈਪੀ ਮੈਰਿਜ ਐਂਡ ਦਾ ਸੈਡ ਮੈਰਿਜ। ਹੈਪੀ ਕਿਹਨਾਂ ਦੀ ਸੀਗੀ, ਉਰਸੁਲਾ ਤੇ ਰੂਪਰਟ ਬਰਕਿਨ ਦੀ। ਸੈਡ ਕਿਹਦੀ ਸੀ, ਗੁਡਰੂਨ ਐਂਡ ਗੈਰਾਲਡ ਦੀ। ਇਹਦਾ ਤੁਸੀਂ ਸਿਰਫ ਇੰਨਾ ਹੀ ਯਾਦ ਰੱਖ ਲਓ, ਦੈਟ ਇਜ਼ ਮੋਰ ਦੈਨ ਸਫੀਸ਼ੀਐਂਟ ਫॉर ਯੂ। ਠੀਕ ਹੈ, ਸੋ ਦਿਸ ਇਜ਼ ਲੇਡੀ ਚੈਟਰਲੀਜ਼ ਲਵਰ। ਸੋ ਦਿਸ ਬੁੱਕ ਵਾਜ਼ ਆਲਸੋ ਬੈਂਡ ਹੋ ਗਈ ਸੀ। 3 ਨੋਵਲ ਸੀ, ਵੂਮਨ ਇਨ ਲਵ ਬੈਂਡ ਸੀ। ਦੱਸੋ ਕਿਹੜੇ ਕਿਹੜੇ ਬੈਂਡ ਸੀਗੇ ਨੋਵਲ, रेनबो, वुमेन इन लव, लेडी चैटरलीज लवर, ये 3 नॉवल से जेडे बैंड सीगे। ठीक है, दिस बुक वाज आल्सो बैंड एंड इट शोज द रिलेशनशिप बिटवीन द वर्किंग क्लास men and upper class women. Lady Chatterley's Lover is the last novel by English author D.H. Lawrence. First novel केड़ा सी इन्हां दा, The White Peacock। Last केड़ा है, Lady Chatterley's Lover। ठीक है, ਇਹਦੇ ਵਿੱਚ ਕੈਰੈਕਟਰਸ ਕਿਹੜੇ-ਕਿਹੜੇ ਆ ਦੇਖ ਲਓ ਤੁਸੀਂ। ਕੌਂਸਟੈਂਸ ਰੀਡ, ਕੌਂਸਟੈਂਸ ਰੀਡ ਐਕਚੁਅਲ ਦੇ ਵਿੱਚ ਕੌਣ ਹੈ, ਲੇਡੀ ਚੈਟਰਲੀਜ਼ ਲਵਰ ਹੀ ਹੈ। ਸੈਕਿੰਡ ਵਨ ਇਜ਼ ਸਰ ਕਲਿਫਰਡ ਚੈਟਰਲੀ ਐਂਡ ਦ ਥਰਡ ਵਨ ਇਜ਼ ਓਲੀਵਰ ਮੈਲਰਸ। ਬੜੀ ਛੋਟੀ ਜਿਹੀ ਸਟੋਰੀ ਹੈ, ਇੰਟਰਸਟਿੰਗ ਹੈ। ਜਿਹੜੀ ਕੌਂਸਟੈਂਟ ਰੀਡ ਹੈ ਕੌਣ ਸੀ, ਲੇਡੀ ਚੈਟਰਲੀਜ਼ ਲਵਰ ਹੈ। ਠੀਕ ਹੈ, ਇਹਨਾਂ ਦੀ ਕੀ ਹੈ, ਲੇਡੀ ਚੈਟਰਲੀਜ਼ ਲਵਰ ਦੀ ਮੈਰਿਜ ਹੁੰਦੀ ਹੈ ਕਲਿਫਰਡ ਦੇ ਨਾਲ। ਬਿਫੋਰ दैट ਕਲਿਫਰਡ ਦੀ ਮੈਰਿਜ ਹੋਈ ਵੀ ਹੈ ਇੱਕ ਲੇਡੀ ਦੇ ਨਾਲ। ਠੀਕ ਹੈ, ਇਹਨਾਂ ਦੇ ਵਿੱਚ ਡਿਸਪਿਊਟ ਹੋ ਜਾਂਦਾ ਆਪਸ ਦੇ ਵਿੱਚ, ਰਿਲੇਸ਼ਨ ਬ੍ਰੇਕ ਆਫ ਹੋ ਜਾਂਦਾ ਹੈ। ਕਿਉਂ ਹੋ ਜਾਂਦਾ ਹੈ, ਕਿਉਂਕਿ ਜਿਹੜਾ ਕਲਿਫਰਡ ਹੈ ਉਹ ਕਿਸੇ ਵਾਰ ਦੇ ਵਿੱਚ ਜਾਂਦਾ ਹੈ ਤਾਂ ਉਹਦੇ ਕਰਕੇ ਉਹ ਪੈਰਾਲਾਈਜ਼ਡ ਹੋ ਜਾਂਦਾ ਹੈ। ਠੀਕ ਹੈ, ਤੇ ਪੈਰਾਲਾਈਜ਼ ਹੋਣ ਕਰਕੇ ਉਹਦੀ ਜਿਹੜੀ ਫਰਸਟ ਵਾਈਫ ਉਹਨੂੰ ਛੱਡ ਦਿੰਦੀ ਹੈ। ਲੇਡੀ ਚੈਟਰਲੀਜ਼ ਲਵਰ ਕਲਿਫਰਡ ਦੇ ਨਾਲ ਕੀ ਹੈ ਰਿਲੇਸ਼ਨਸ਼ਿਪ ਦੇ ਵਿੱਚ ਆਉਂਦੀ ਹੈ। ਕਲਿਫਰਡ ਕੌਣ ਹੈ, ਸਰ ਕਲਿਫਰਡ ਚੈਟਰਲੀ ਅਪਰ ਕਲਾਸ ਸੁਸਾਇਟੀ ਨੂੰ ਬਿਲੋਂਗ ਕਰਦੇ ਆ, ਬਹੁਤ ਹੀ ਹੈਂਡਸਮ ਹੈ, ਗੁੱਡ ਫਿਜ਼ੀਕ ਹੈ ਉਹਨਾਂ ਦੀ, but he is paralyzed from waist down because of the great war injury। paralyzed ਹੋਇਆ ਹੋਇਆ ਉਹਨਾਂ ਨੂੰ। ਸੋ ਕਲਿਫਰਡ ਤੇ ਲੇਡੀ ਚੈਟਰਲੀਜ਼ ਲਵਰ ਇੱਕ ਦੂਜੇ ਦੀ ਨੀਡਸ ਫੁਲਫਿਲ ਨਹੀਂ ਕਰ ਪਾਉਂਦੇ। ਸੋ ਲੇਡੀ ਚੈਟਰਲੀ ਲਵਰ ਕਿਹਦੇ ਕੰਟੈਕਟ ਦੇ ਵਿੱਚ ਆਉਂਦੀ ਹੈ, ਇੱਕ ਗੇਮ ਕੀਪਰ ਹੁੰਦਾ ਹੈ ਜਿਹਦਾ ਨਾਮ ਹੁੰਦਾ ਹੈ ਓਲੀਵਰ ਮੈਲਰ। ਇੰਨੀ ਕੈਰੈਕਟਰਸ ਹੈ ਇਹਦੇ ਵਿੱਚ, ਲੇਡੀ ਚੈਟਰਲੀਜ਼ ਲਵਰ, ਕਲਿਫਰਡ ਤੇ ਥਰਡ ਵਨ ਇਜ਼ ਓਲੀਵਰ ਮੈਲਰ। ਓਲੀਵਰ ਮੈਲਰ ਕੌਣ ਹੈ, ਇੱਕ ਗੇਮ ਕੀਪਰ ਹੈ। ਲੇਡੀ ਚੈਟਰਲੀਜ਼ ਲਵਰ ਕਿੰਦੇ ਵੱਲ ਅਟਰੈਕਟਿਡ ਹੈ, ਓਲੀਵਰ ਮੈਲਰ ਦੇ ਨਾਲ ਅਟਰੈਕਟਿਡ ਹੈ। ਮੈਰਿਜ ਉਹ ਕਲਿਫਰਡ ਦੇ ਨਾਲ ਕਰ ਲੈਂਦੀ ਹੈ, ਬਟ ਕੀ ਹੈ ਮੈਰਿਜ ਵਧੀਆ ਨਹੀਂ, ਰਿਲੇਸ਼ਨਸ਼ਿਪ ਗੁੱਡ ਨਹੀਂ ਹੈ ਉਹਨਾਂ ਦਾ। ਸੋ ਸ਼ੀ ਗੈਟ ਅਟਰੈਕਟਿਡ ਟੂਵਰਡ ਓਲੀਵਰ ਮੈਲਰ।
आफ्टर फॉलिंग इन लव विद ओलिव मैलर, जो ओलिवर मैलर दे नाल रिलेशनशिप दे विच आ जांदी है, she realizes that love requires both the elements of body and soul. ठीक है, so this was all about D.H. Lawrence. D.H. Lawrence ਦੀ ਮੈਂ ਤੁਹਾਡੇ ਨਾਲ ਬਾਇਓਗ੍ਰਾਫੀ ਵੀ ਡਿਸਕਸ ਕਰ ਚੁੱਕੀ ਹਾਂ, ਕਿੰਨੇ ਉਹਨਾਂ ਨੇ ਨੋਵਲਸ ਲਿਖੇ ਹੈ, ਕਿਹੜੇ ਉਹਨਾਂ ਨੇ ਸ਼ਾਰਟ ਸਟੋਰੀਜ਼ ਲਿਖੀਆਂ, ਕਿਹੜਾ ਅਵਾਰਡ ਮਿਲਿਆ ਸੀ, ਕਿਹੜਾ ਅਵਾਰਡ ਮਿਲਿਆ ਸੀ ਉਹਨਾਂ ਨੂੰ, हाँ जेम्स स्टेट ब्लैक मैमोरियल प्राइज मिला सी 1920 ਦੇ ਵਿੱਚ। ठीक है, ਇਹਨਾਂ ਲਈ ਇੱਕ ਫਰੇਜ਼ ਵੀ ਰਿਲੇਟ ਕੀਤੀ ਸੀ ਮੈਂ, ਰਿਲੀਜਨ ਬਾय ਬਲੱਡ ਇਹਨਾਂ ਦੇ ਨਾਲ ਜਿਹੜੀ ਫਰੇਜ਼ ਹੈ ਉਹ ਰਿਲੇਟ ਕਰਦੀ ਹੈ। ਠੀਕ ਹੈ, ਕੋਈ ਕੁਐਸਚਨ, ਕੋਈ ਡਾਊਟ ਤੁਸੀਂ, दैट्स ऑल अबाउट, थैंक यू।